ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਤੁਮਰੀ ਸਰਣ ਤੁਮਾਰੀ ਆਸ, ਤੁਮ ਹੀ ਸੱਜਣ ਸੋਹੇਲੇ, ਰਾਖੋ ਰਾਖਨ ਹਰ ਦਿਆਲਾ, ਨਾਨਕ ਕਰ ਕੇ ਗੋਲੇ। ਸੱਚੇ ਪਾਤਸ਼ਾਹ ਆਪ ਜੀ ਦਾ ਬੇਅੰਤ ਸ਼ੁਕਰ ਹੈ। ਆਪ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਆਪ ਜੀ ਦੇ ਬੁੱਧ ਵੱਲ ਸਦਕਾ ਕਰਨ ਦਾ ਇਹ ਜੋ ਆਪ ਜੀ ਨੇ ਸਮਾਂ ਬਖਸ਼ਿਆ, ਸੋ ਮੈਂ ਆਪ ਜੀ ਦਾ ਬੇਅੰਤ ਸ਼ੁਕਰਗੁਜ਼ਾਰ ਹਾਂ। ਸੋ ਇਸੇ ਤਰ੍ਹਾਂ ਹੀ ਮੇਰੇ ਸਿਰ ਉੱਪਰ ਆਪਣਾ ਹੱਥ ਰੱਖਣਾ ਤਾਂ ਕਿ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਹੋ ਸਕੇ। ਸੋ ਗੁਰਬਾਣੀ ਦੇ ਅੰਦਰ ਆਇਆ ਸ਼ਬਦ ਗਿਆਨ, ਉਸ ਦੀ ਵਿਚਾਰ ਅੱਜ ਆਪਾਂ ਕਰਾਂਗੇ, ਕਿਉਂਕਿ ਅੱਜ ਕੱਲ੍ਹ ਇਹ ਮਸਲਾ ਚੱਲ ਰਿਹਾ ਹੈ ਗਿਆਨ ਬਾਰੇ ਵੀ। ਗਿਆਨ ਗੁਰੂ ਹੈ। ਚੱਲਦਾ ਹੀ ਰਹਿੰਦਾ ਹੈ ਤੇ ਚੱਲਦਾ ਹੀ ਰਹੇਗਾ। ਕਈ ਆਖਦੇ ਹਨ ਗਿਆਨ ਗੁਰੂ ਹੈ, ਹੋਰ ਕੋਈ ਗੁਰੂ ਨਹੀਂ। ਦੂਸਰੀ ਧਿਰ ਵਾਲੇ ਆਖਦੇ ਹਨ ਕਿ ਗਿਆਨ ਵੀ ਤਾਂ ਕਿਸੇ ਤੋਂ ਆਉਂਦਾ ਹੀ ਹੈ, ਜਿਸ ਤੋਂ ਗਿਆਨ ਆਉਂਦਾ ਉਹ ਗੁਰੂ ਹੈ। ਸੋ ਇਸੇ ਤਰ੍ਹਾਂ ਹੀ ਇਹ ਵਿਚਾਰਧਾਰਾ ਚੱਲਦੀ ਰਹਿੰਦੀ ਹੈ। ਸੋ ਆਪਾਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਾਂਗੇ ਕਿ ਗਿਆਨ ਗੁਰੂ ਕਿਸ ਤਰ੍ਹਾਂ ਹੈ ਤੇ ਕਿਹੜਾ ਗੁਰੂ ਗਿਆਨ ਹੈ ਤੇ ਉਹ ਗਿਆਨ ਆਉਂਦਾ ਕਿੱਥੋਂ ਹੈ। ਸੋ ਗੁਰਬਾਣੀ ਦੀ ਸ਼ੁਰੂਆਤ ਜਿੱਥੋਂ ਹੁੰਦੀ ਹੈ, ਪੰਨਾ 3 ਦੇ ਉੱਪਰ ਬਚਨ ਆਉਂਦਾ ਹੈ, ਸੁਣਿਐ ਸਤ ਸੰਤੋਖ ਗਿਆਨ, ਸੁਣੇ ਐ 68 ਕਾ ਇਸ਼ਨਾਨ। ਪੰਨਾ 4 ਦੇ ਉੱਪਰ ਆਉਂਦਾ ਹੈ, ਅਸੰਖ ਭਗਤ ਗੁਣ ਗਿਆਨ ਵਿਚਾਰ। ਤੇ ਪੰਨਾ 7 ਦੇ ਉੱਪਰ ਸ਼ਬਦ ਆਉਂਦਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇਹ ਸਾਡੀ ਪਹਿਲੀ ਜਿਹੜੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਵਿੱਚ ਦਰਜ ਹੈ ਕਿ ਸੁਣੀ ਹੈ ਜਿਸ ਜੀਵਾਤਮਾ ਨੂੰ ਵੀ ਇਹ ਸੋਝੀ ਆਈ ਹੈ ਕਿ ਸੱਤ ਹੈ ਜਿਹੜਾ ਉਹ ਸਾਡਾ ਮੂਲ ਹੈ, ਉਸਨੇ ਉਹ ਗਿਆਨ ਪ੍ਰਾਪਤ ਕਰਨਾ ਜਿਹਦੇ ਨਾਲ ਸੰਤੋਖ ਹੋਵੇ। ਹੁਣ ਜਿਹੜਾ ਗਿਆਨ ਸ਼ਬਦ ਆ ਉਹ ਔਂਕੜ ਲੱਗੀ ਉਹਦੇ ਥੱਲੇ ਇੱਕ ਗਿਆਨ ਹੈ, ਕਿਸੇ ਖਾਸ ਵਸਤੂ ਦਾ ਗਿਆਨ ਹੈ। ਇਸੇ ਤਰ੍ਹਾਂ ਹੀ ਜਿਵੇਂ ਇੱਕ ਮਾਇਆ ਵੀ ਵਸਤੂ ਹੈ, ਕਿ ਮਾਇਆ ਦਾ ਵੀ ਖਾਸ ਗਿਆਨ ਲੈਣਾ ਪੈਂਦਾ।
ਇਸੇ ਤਰ੍ਹਾਂ ਹੀ ਜਿਹੜਾ ਹੁਕਮ ਹੈ ਉਹ ਵੀ ਇੱਕ ਵਸਤੂ ਹੈ, ਨਾਮ ਵੀ ਇੱਕ ਵਸਤੂ ਹੈ। ਉਹਦਾ ਵੀ ਖਾਸ ਗਿਆਨ ਲੈਣਾ ਪੈਂਦਾ। ਹੁਣ ਸੋਝੀ ਇਹ ਹੋਣੀ ਚਾਹੀਦੀ ਹੈ ਵੀ ਕਿਹੜਾ ਖਾਸ ਗਿਆਨ ਸਾਨੂੰ ਭੈ ਮੁਕਤ ਕਰਦਾ, ਕਿਹੜਾ ਭੈ ਵਿੱਚ ਰੱਖਦਾ, ਕਿਹੜਾ ਚਿੰਤਾ ਤੋਂ ਮੁਕਤ ਕਰਦਾ, ਕਿਹੜਾ ਚਿੰਤਾ ਵਿੱਚ ਰੱਖਦਾ। ਹੈ ਦੋਨਾਂ ਪਾਸੇ ਗਿਆਨ। ਤਾਂ ਹੀ ਪਾਤਸ਼ਾਹ ਨੇ ਵਿੱਚ ਲਿਖਿਆ ਸਤ ਸੰਤੋਖ ਗਿਆਨ। ਇੱਥੇ ਜਿਹੜਾ ਗਿਆਨ ਦੀ ਗੱਲ ਕੀਤੀ ਹੈ, ਉਸ ਗਿਆਨ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਅੰਦਰ, ਕਿ ਜਿਹੜਾ ਗਿਆਨ ਤੁਹਾਨੂੰ ਮਾਇਆ ਤੋਂ ਮੁਕਤ ਕਰਾ ਦੇਵੇ। ਮਾਇਆ ਨੂੰ ਮੁਕਤ ਕਿਹਨੇ ਹੋਣਾ? ਮਨ ਨੇ, ਕਿਉਂਕਿ ਮਨ ਮਾਇਆ ਮੈਂ ਫਦ ਰਹੇ ਨਿਕਸਤ ਨਾਹਿ ਨਮੀਤ। ਮਨ ਮਾਇਆ 'ਚ ਫਸਿਆ ਹੋਇਆ, ਮਨ ਨੂੰ ਬਾਹਰ ਕੱਢਣ ਵਾਸਤੇ ਗਿਆਨ ਦੀ ਲੋੜ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਹੀ ਭਗਤ ਨੇ ਜਿਹੜੇ ਉਸ ਗਿਆਨ ਦੀ ਵਿਚਾਰ ਕਰਦੇ ਹਨ ਜਿਹਦੇ ਨਾਲ ਗੁਣ ਪੈਦਾ ਹੋ ਜਾਣ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਬਿਨ ਗੁਣ ਧਾਰਨ ਕੀਤਿਆਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭੈ ਮੁਕਤ ਨਹੀਂ ਹੁੰਦਾ। ਕੋਈ ਤਰੀਕਾ ਹੀ ਨਹੀਂ ਮਨ ਨੂੰ ਮਾਇਆ ਦੇ ਵਿੱਚੋਂ ਬਾਹਰ ਕੱਢਣ ਦਾ, ਸਿਰਫ ਗਿਆਨ ਦੀ ਲੋੜ ਹੈ। ਸੋ ਗਿਆਨ ਕਿਹੜਾ ਚਾਹੀਦਾ? ਕਿਹੜਾ ਗਿਆਨ ਹੈ ਜਿਹੜਾ ਮਾਇਆ ਨੂੰ ਤੋਂ ਮੁਕਤ ਕਰਾ ਦੇਵੇ ਮਨ ਨੂੰ? ਉਹ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ। ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਇਹਨਾਂ ਸ਼ਬਦਾਂ ਦੇ ਵਿੱਚੋਂ ਗਿਆਨ ਪਿਆ। ਉਸ ਗਿਆਨ ਨੂੰ ਪ੍ਰਾਪਤ ਕਰਨਾ ਪੈਣਾ ਸਾਡੇ ਮੂਲ ਨੂੰ, ਸਾਡੀ ਬੁੱਧੀ ਨੂੰ, ਸਾਡੀ ਅਕਲ ਨੂੰ। ਭਾਵ ਕਿ ਜਿਹੜਾ ਮਨ ਹੈ, ਚਾਹੇ ਬੁੱਧ ਹੈ, ਚਾਹੇ ਮੂਲ ਹੈ, ਉਹ ਹੈ ਇੱਕੋ ਹੀ ਚੀਜ਼। ਇਹ ਨਹੀਂ ਕਿ 9 ਵੱਖੋ ਵੱਖਰੇ ਤਾਂ 3 ਆਇਡੈਂਟੀਆਂ ਵੀ ਵੱਖੋ ਵੱਖਰੀਆਂ ਨੇ। ਇੱਕੋ ਹੀ ਹੈ, ਇੱਕ ਦੇ ਹੀ ਜਦੋਂ ਲੱਛਣਾਂ ਦੇ ਆਧਾਰ 'ਤੇ ਨਾਮ ਉਹਦਾ ਰੱਖਿਆ ਜਾਂਦਾ। ਚੀਜ਼ ਇੱਕੋ ਹੀ ਹੈ। ਜਿਵੇਂ ਮਨ ਨੂੰ ਖੁਟਹਰ ਵੀ ਆਖਦਾ, ਮਨ ਨੂੰ ਖੋਤਾ ਵੀ ਆਖਿਆ, ਮਨ ਨੂੰ ਕਾਂ ਵੀ ਆਖਿਆ, ਮਨ ਨੂੰ ਗਧਾ ਵੀ ਆਖਿਆ, ਤੇ ਮਨ ਨੂੰ ਰਾਜਾ ਵੀ ਆਖਿਆ, ਮਨ ਨੂੰ ਸੁਲਤਾਨ ਵੀ ਆਖਿਆ, ਮਨ ਨੂੰ ਸੁੰਦਰ ਸਰੂਪ ਵੀ ਆਖਿਆ। ਹੈ ਉਹੀ ਮਨ, ਹੈ ਇੱਕੋ ਹੀ, ਕਹਿਣ ਸੁਣਨ ਕੋ ਦੂਜਾ। ਜਦੋਂ ਮਨ ਮਾਇਆ ਦੇ ਵਿੱਚ ਜ਼ਿਆਦਾ ਲਿਪਤ ਹੁੰਦਾ ਉਦੋਂ ਇਹ ਮਨ ਹੈ। ਜਦੋਂ ਇਹੀ ਮਨ ਮਾਇਆ ਨੂੰ ਛੱਡ ਕੇ ਸੱਚ ਵਾਲੇ ਪਾਸੇ ਨੂੰ ਲਿਪਤ ਹੁੰਦਾ ਤਾਂ ਇਹ ਜਨ ਬਣਦਾ। ਸ਼ਬਦ ਬਦਲਦਾ। ਜਿੱਥੇ ਜਨ ਨਹੀਂ ਬਣੂਗਾ ਉੱਥੇ ਜਿਹੜਾ ਮਨ ਸ਼ਬਦ ਵੀ ਆ ਉਹਦੇ ਥੱਲੇ ਔਂਕੜ ਪੈ ਜਾਊਗੀ। ਉੱਥੋਂ ਸਮਝ ਆਉਂਦੀ ਹੈ ਵੀ ਇਹ ਉਸ ਮਨ ਦੀ ਗੱਲ ਕਰਦੇ ਜਿਹੜਾ ਮਾਇਆ ਤੋਂ ਪਰੇ ਜਾਣਾ ਚਾਹੁੰਦਾ ਹੈ ਤੇ ਜਾਂ ਮਨ ਤੋਂ ਪਰੇ ਚਲਾ ਗਿਆ। ਜਿਹੜਾ ਮਨ ਮਾਇਆ ਤੋਂ ਪਰੇ ਚਲਾ ਜਾਂਦਾ ਉਹ ਮਨ ਵੀ ਨਹੀਂ ਰਹਿ ਜਾਂਦਾ, ਉਹ ਅਮਨ ਹੋ ਜਾਂਦਾ। ਉਹ ਮਾਇਆ ਤੋਂ ਪਰੇ ਹੀ ਰਹਿੰਦਾ। ਜਿਹੜਾ ਮਨ ਮਾਇਆ 'ਚ ਫਸਿਆ ਹੋਇਆ ਉਹ ਮਲੀਨ ਮਨ ਹੈ, ਅਸ਼ੁੱਧ ਮਨ ਹੈ। ਜਿਹੜਾ ਮਾਇਆ ਤੋਂ ਪਰੇ ਹੈ ਉਹ ਸ਼ੁੱਧ ਮਨ ਹੈ। ਪੰਨਾ 7 ਉੱਪਰ ਵਚਨ ਆਇਆ ਸੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਹੁਣ ਦੇਖੋ ਗਿਆਨ ਖੰਡ, ਪਹਿਲਾਂ ਤਾਂ ਗਿਆਨ ਆ ਜਿਹੜਾ ਮਨ ਨੇ ਲੈਣਾ ਹੀ ਲੈਣਾ, ਇੱਥੋਂ ਲੈਣਾ, ਮਾਇਆ ਦੇ ਵਿੱਚੋਂ ਹੀ ਇਹਨੇ ਸੋਝੀ ਪ੍ਰਾਪਤ ਕਰਨੀ ਹੈ। ਇਹਨੂੰ ਮਨ ਦੇ ਵਿੱਚ, ਮਾਇਆ ਦੇ ਵਿੱਚੋਂ ਹੀ ਇਹਨੂੰ ਟੁੱਟਣ ਵਾਸਤੇ ਸੋਝੀ ਲੈਣੀ ਪਊਗੀ। ਜਦੋਂ ਮਨ ਮਾਇਆ ਚੋਂ ਟੁੱਟਣ ਦੀ ਸੋਝੀ ਲੈਂਦਾ, ਗਿਆਨ ਲੈਂਦਾ ਵੀ ਮੈਂ ਬਾਹਰ ਨਿਕਲਣਾ ਇੱਥੋਂ, ਤੇ ਜਦੋਂ ਇਹਦੇ ਅੰਦਰ ਮੜ ਜਾ ਵੀ ਖਿਆਲ ਪੈਦਾ ਇਹ ਹੁੰਦਾ ਕਿ ਮੈਂ ਮਾਇਆ 'ਚ ਨਹੀਂ ਜਾਣਾ,
ਮੈਂ ਗਲਤ ਕਰਮ ਨਹੀਂ ਕਰਨੇ, ਮੈਂ ਗਲਤ ਪਾਸੇ ਧਿਆਨ ਨਹੀਂ ਲੈ ਕੇ ਜਾਣਾ। ਜਦੋਂ ਇਹ ਸੋਚ ਇਹ ਆਪਣੇ ਅੰਦਰੋਂ ਪੈਦਾ ਕਰਦਾ ਹੈ, ਤਾਂ ਜਿਹੜਾ ਨਿਰਾਕਾਰੀ ਗਿਆਨ ਹੈ ਉਹ ਇਹਨੂੰ ਆਪਣੀ ਪਕੜ 'ਚ ਲੈ ਲੈਂਦਾ। ਉਨਾ ਚਿਰ ਨਹੀਂ ਉਹ ਪਕੜ 'ਚ ਲੈਂਦਾ ਜਿੰਨਾ ਚਿਰ ਇਹ ਆਪ ਨਹੀਂ ਜ਼ੋਰ ਲਾਉਂਦਾ। ਜਿਵੇਂ ਕੋਈ ਬੰਦਾ ਡਿੱਗਿਆ ਹੋਇਆ ਹੈ, ਜਦੋਂ ਮਾੜ ਜੀ ਉੱਠਣ ਦੀ ਕੋਸ਼ਿਸ਼ ਕਰਦਾ, ਆਪਾਂ ਉਹਨੂੰ ਜਦੋਂ ਫੜਦੇ ਹਾਂ ਜਾਂ ਉਹਨੂੰ ਖਿੱਚਦੇ ਹਾਂ ਬਾਹਰ ਨੂੰ, ਪਰ ਉਹ ਆਪ ਵੀ ਆਪਣਾ ਜ਼ੋਰ ਲਾਵੇ ਤਾਂ ਹੀ ਹੈ। ਜੇ ਉਹ ਆਪ ਹੀ ਨਹੀਂ ਜ਼ੋਰ ਲਾ ਰਿਹਾ, ਅਸੀਂ ਜਿੰਨਾ ਮਰਜ਼ੀ ਖਿੱਚੀ ਚੱਲੀਏ, ਜਾਂ ਉਹ ਮੰਨ ਹੀ ਨਹੀਂ ਰਿਹਾ ਮੈਂ ਨਹੀਂ ਬਾਹਰ ਨਿਕਲਣਾ, ਪਰ ਜਦੋਂ ਉਹ ਆਪ ਮੰਨਦਾ ਵੀ ਹਾਂ ਮੈਂ ਨਿਕਲਣਾ, ਫਿਰ ਅਸੀਂ ਵੀ ਉਹਦੇ ਲਈ ਐਫਰਟ ਕਰਦੇ ਹਾਂ। ਜਦੋਂ ਮਨ ਮੰਨਦਾ ਕਿ ਮੈਂ ਮਾਇਆ ਚੋਂ ਬਾਹਰ ਨਿਕਲਣਾ, ਤਾਂ ਜਿਹੜਾ ਗੁਰ ਹੈ, ਆਤਮਿਕ ਸੁਗਿਆਨ ਇਹਦੇ ਅੰਦਰ ਹੀ ਹੈ, ਉਹੀ ਨਾਮ ਹੈ, ਉਹ ਫਿਰ ਇਹਦੀ ਮਦਦ ਕਰਦਾ ਹੈ। ਜਿਵੇਂ ਆਸਾ ਰਾਗ ਦੇ ਵਿੱਚ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ, ਆਸਾ ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਅੰਗ 469 ਦੇ ਉੱਪਰ ਇਹ ਸ਼ਬਦ ਹੈ ਕਿ ਕੁੰਭੇ ਬੱਧਾ ਜਲ ਰਹੇ, ਕਹਿੰਦੇ ਘੜੇ ਦੇ ਵਿੱਚ ਰੋਕਿਆ ਹੀ ਜਲ ਰਹਿ ਸਕਦਾ ਹੈ, ਪਰ ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਜਿਹੜਾ ਘੜਾ ਹੈ ਉਹ ਜਲ ਤੋਂ ਬਿਨਾਂ ਵੀ ਨਹੀਂ ਬਣ ਸਕਦਾ। ਘੜੇ ਨੂੰ ਬਣਾਉਣ ਲਈ ਵੀ ਪਾਣੀ ਚਾਹੀਦਾ, ਪਾਣੀ ਤੋਂ ਬਿਨਾਂ ਘੜਾ ਕਿਵੇਂ ਬਣੂ? ਪਰ ਜਿਹੜੇ ਪਾਣੀ ਨਾਲ ਉਹ ਘੜਾ ਬਣਿਆ ਉਹੀ ਉਹਨੂੰ ਰੋਕ ਵੀ ਲੈਂਦਾ, ਉਸੇ ਪਾਣੀ ਨੂੰ ਉਹ ਆਪਣੇ ਅੰਦਰ ਵੀ ਰੋਕ ਕੇ ਰੱਖ ਸਕਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਗਿਆਨ ਕਾ ਬੱਧਾ ਮਨ ਰਹਿ, ਕਹਿੰਦੇ ਜਿਹੜੇ ਗਿਆਨ ਨੇ ਇਹਨੂੰ ਫਸਾਇਆ ਹੈ ਮਾਇਆ ਦੇ ਵਿੱਚ ਬੰਨਿਆ ਹੋਇਆ, ਗੁਰ ਬਿਨ ਗਿਆਨ ਨਾ ਹੋਵੇ। ਗਿਆਨ ਕਰਕੇ ਹੀ ਮਾਇਆ 'ਚ ਫਸਿਆ ਹੈ, ਔਰ ਗਿਆਨ ਹੀ ਇਹਨੂੰ ਬਾਹਰ ਕੱਢ ਸਕਦਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰ। ਮਨ ਜਾਣਦਾ ਸਭ ਕੁਝ, ਜਾਣ ਕੇ ਫਸਿਆ। ਸਿੱਧਾ ਬਚਨ ਲਿਖਿਆ, ਇਹਨੂੰ ਕਿਸੇ ਨੇ ਨਹੀਂ ਫਸਾਇਆ। ਜੇ ਕਿਸੇ ਨੇ ਫਸਾਇਆ ਹੁੰਦਾ ਤਾਂ ਲਿਖਦੇ ਪਾਤਸ਼ਾਹ ਵੀ ਮਨ ਨਹੀਂ ਜਾਣਦਾ ਸੀ, ਮਨ ਨੂੰ ਕਿਸੇ ਨੇ ਫਸਾਤਾ। ਪਾਤਸ਼ਾਹ ਨੇ ਬਚਨ ਲਿਖਿਆ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਫਿਰ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਪਤਾ ਹੈ ਮਨ ਨੂੰ, ਪਰ ਜਦੋਂ ਮਨ ਨੂੰ ਪਤਾ ਵੀ ਮੈਂ ਹੁਣ ਫਸਦਾ ਗਿਆ, ਇਹਨੂੰ ਵੀ ਪਤਾ ਨਿਕਲ ਵੀ ਸਕਦਾ। ਜਿਵੇਂ ਪਾਤਸ਼ਾਹ ਕਹਿੰਦੇ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਕਹਿੰਦੇ ਹੁਣ ਤੂੰ ਆਪਣਾ ਕਾਜ ਆਪ ਸਵਾਰ, ਤੂੰ ਨਿਕਲਣ ਦੀ ਕੋਸ਼ਿਸ਼ ਕਰ ਤਾਂ ਸਹੀ ਕਿਹੜਾ, ਕਿਉਂਕਿ ਜਿਹੜਾ ਨਿਕਲਣ ਦਾ ਫੁਰਨਾ ਵੀ ਇਹਦੇ ਅੰਦਰੋਂ ਪੈਦਾ ਹੋਣਾ, ਉਹ ਵੀ ਇਹਦੇ ਅੰਦਰੋਂ ਹੀ ਹੋਣਾ। ਜੇ ਫਸਣ ਦਾ ਫੁਰਨਾ ਵੀ ਇਹਨੇ ਬਣਾਇਆ, ਇਹਨੇ ਆਪ ਹੀ ਬਣਾਇਆ, ਨਿਕਲਣ ਦਾ ਫੁਰਨਾ ਵੀ ਇਹਨੂੰ ਆਪ ਹੀ ਬਣਾਉਣਾ ਪੈਣਾ। ਜੇ ਕਾਜ ਵਿਗਾੜਿਆ ਵੀ ਹੈ ਤਾਂ ਇਹਨੇ ਆਪ ਹੀ ਵਿਗਾੜਿਆ, ਤੇ ਜੇ ਨਿਕਲਣਾ ਕਾਜ ਨੂੰ ਸਵਾਰਨਾ ਤਾਂ ਵੀ ਇਹਨੇ ਹੀ ਸਵਾਰਨਾ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ ਵੀ ਹੈ, ਆਪਣ ਹੱਥੀਂ ਆਪਣਾ ਆਪੇ ਕਾਜ ਸਵਾਰੀ ਹੈ, ਉਹ ਵੀ ਆਪ ਹੀ ਹੈ। ਆਪ ਹੀ ਹੈ ਦੋਹਾਂ ਸਿਰਿਆਂ ਕਾ ਆਪ ਸੁਆਮੀ। ਤਾਂ ਪਾਤਸ਼ਾਹ ਨੇ ਬਚਨ ਲਿਖਿਆ ਕਿ ਗਿਆਨ ਕਾ ਬੱਧਾ ਮਨ ਰਹਿ। ਹੁਣ ਦੇਖੋ ਇੱਥੇ ਸ਼ਬਦ ਕੀ ਲਿਖਦੇ ਪਾਤਸ਼ਾਹ, ਜਿਹੜਾ ਮਨ ਦੇ ਥੱਲੇ ਔਂਕੜ ਪਈ ਹੋਈ, ਕਹਿੰਦੇ ਸਾਰਾ ਕੁਝ ਜਾਣਦਾ ਹੈ, ਇੱਕੋ ਹੀ ਹੈ ਮਨ, ਦੋ ਨਹੀਂ ਹੈ, ਇੱਕ ਹੀ ਹੈ। ਗਿਆਨ ਕਾ ਬੱਧਾ, ਗਿਆਨ ਦੇ ਨਾਲ ਹੀ ਇਹ ਰੁਕ ਸਕਦਾ, ਇਹਨੂੰ ਆਪਣਾ ਹੀ ਗਿਆਨ ਚਾਹੀਦਾ। ਮਨ ਨੂੰ ਗੁਰਬਾਣੀ ਦੇ ਵਿੱਚ ਮਨ ਦਾ ਹੀ ਗਿਆਨ ਦਿੱਤਾ ਕਿ ਵੀ ਤੂੰ ਹੈ ਕੀ ਚੀਜ਼। ਗੁਰਬਾਣੀ ਮਨ ਨੂੰ ਹੀ ਸਮਝਾ ਰਹੀ ਹੈ ਕਿ ਤੂੰ ਜੋਤ ਸਰੂਪ ਹੈ, ਤੇ ਮਾਇਆ ਤਾਂ ਬਿਨਸਣ ਵਾਲੀ ਹੈ, ਤੂੰ ਤਾਂ ਬਿਨਸਣਾ ਨਹੀਂ ਹੈ। ਜਿਹੜੀ ਚੀਜ਼ ਨੇ ਬਿਨਸਣਾ ਹੀ ਨਹੀਂ, ਸਦਾ ਰਹਿਣਾ,
ਉਹਨੂੰ ਬਿਨਸਣ ਵਾਲੀ ਦੀ ਚੀਜ਼ ਦੀ ਕਿਉਂ ਭੁੱਖ ਪੈਦਾ ਹੋ ਗਈ, ਕਿਉਂ ਉਹਦੇ ਨਾਲ ਤੂੰ ਜੁੜਿਆ? ਨਾ ਮਨ ਮਰੈ ਨਾ ਮਰਨੇ ਜੋਗ, ਤੂੰ ਤਾਂ ਮਰਨਾ ਹੀ ਨਹੀਂ ਹੈਗਾ, ਨਾ ਤੈਨੂੰ ਕੋਈ ਤਰੀਕਾ ਹੈ ਕੋਈ ਤੈਨੂੰ ਖਤਮ ਕਰ ਦੇਵੇ। ਫਿਰ ਜਦ ਤੂੰ ਮਰਨਾ ਹੀ ਨਹੀਂ, ਤੂੰ ਅਮਰ ਹੈ, ਇਹ ਤੂੰ ਝੂਠੀ ਚੀਜ਼ ਕਿਉਂ ਚੁੱਕੀ ਫਿਰਦਾ? ਕਿਉਂ ਕਲੰਕਿਤ ਹੋਇਆ? ਕਿਉਂ ਬਦਨਾਮੀ ਖੱਟਦਾ? ਜਦੋਂ ਮਨ ਦੇ ਉੱਪਰ ਇਹ ਲਾਹਣਤਾਂ ਪੈਂਦੀਆਂ ਨੇ, ਫਿਰ ਮਨ ਨੂੰ ਸੁਰਤ ਆਉਂਦੀ ਹੈ ਵੀ ਵਾਕਈ ਗੱਲ ਤਾਂ ਠੀਕ ਹੈ। ਗਿਆਨ ਕਾ ਬੱਦਾ, ਇਹਨੇ ਆਪਣਾ ਹੀ ਗਿਆਨ ਲੈਣਾ, ਕਿਸੇ ਦਾ ਗਿਆਨ ਨਹੀਂ ਲੈਣਾ। ਜਦੋਂ ਹੁਣ ਗੁਰਬਾਣੀ ਮਨ ਨੂੰ ਮਨ ਦਾ ਹੀ ਗਿਆਨ ਦੇ ਰਹੀ ਹੈ ਨਾ, ਜਦੋਂ ਸਿੱਧਾ ਹੀ ਪਾਤਸ਼ਾਹ ਕਹਿ ਰਿਹਾ ਕਿ ਮਨ ਤੂੰ ਜੋਤ ਸਰੂਪ ਹੈ, ਹੁਣ ਉਹ ਪਰਮੇਸ਼ਰ ਇਹ ਤਾਂ ਨਹੀਂ ਕਹਿ ਰਿਹਾ ਕਿ ਮੈਂ ਜੋਤ ਸਰੂਪ ਹਾਂ, ਉਹ ਕਹਿੰਦਾ ਵੀ ਤੂੰ ਹੀ ਜੋਤ ਸਰੂਪ ਹੈ। ਤੂੰ ਆਪਣਾ ਮੂਲ ਪਛਾਣਦਾ, ਆਪਣਾ ਮੂਲ ਭਾਵ ਕੇ ਆਪਣੇ ਆਪ ਨੂੰ ਜਾਣਦਾ ਸਹੀ ਤਾਂ। ਤੂੰ ਆਪਣੇ ਆਪ ਨੂੰ ਜਾਣਨ ਦੀ ਬਜਾਏ ਤੂੰ ਕਿਸੇ ਹੋਰ ਨੂੰ ਜਾਣਨਾ ਚਾਹੁੰਦਾ, ਤੂੰ ਕਿਸੇ ਹੋਰ ਦਾ ਧਿਆਨ ਕਰਨਾ ਚਾਹੁੰਦਾ, ਤੂੰ ਕਿਸੇ ਹੋਰ ਦਾ ਨਾਮ ਜਪਣਾ ਚਾਹੁੰਦਾ, ਤੂੰ ਕਿਸੇ ਹੋਰ ਦੀ ਸੇਵਾ ਕਰਨੀ ਚਾਹੁੰਦਾ, ਤੂੰ ਕਿਸੇ ਹੋਰ ਦਾ ਗਿਆਨ ਲੈਣਾ ਚਾਹੁੰਦਾ। ਕਹਿੰਦੇ ਫਿਰ ਤਾਂ ਤੂੰ ਸਾਰੀ ਜ਼ਿੰਦਗੀ ਆਪਣੀ ਵਿਅਰਥ ਗਵਾ ਜਾਏਗਾ, ਫਿਰ ਤੇਰਾ ਤਾਂ ਕਾਰਜ ਸਵਰਨਾ ਹੀ ਨਹੀਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਆਇਆ ਤਾਂ ਤੂੰ ਆਪ ਹੋਇਆ ਲਾਹਾ ਲੈਣ ਵਾਸਤੇ। ਤੂੰ ਲੱਗਾ ਕਿਤ ਕੋ ਫੱਕੜੇ, ਤੂੰ ਲੱਗ ਕਿਸੇ ਹੋਰ ਪਾਸੇ ਗਿਆ। ਸਭ ਮੁੱਕਦੀ ਚੱਲੀ ਰਹਿਣ, ਤੇਰਾ ਜੀਵਨ ਆ ਜਿਹੜਾ ਉਹ ਭਰਮ 'ਚ ਹੀ ਲੰਘ ਜਾਣਾ, ਅਗਿਆਨਤਾ ਵਿੱਚ ਹੀ ਲੰਘ ਜਾਣਾ, ਤੈਨੂੰ ਪਤਾ ਹੀ ਨਹੀਂ ਲੱਗਣਾ। ਤੇ ਇਹ ਸਰੀਰ ਕੋਲ ਕਿੰਨਾ ਕੁ ਸਮਾਂ ਹੈ? ਇਹ ਲਿਮਟਡ ਹੈ। ਜਿਸ ਦਿਨ ਛੁੱਟ ਗਿਆ ਸਰੀਰ, ਇੱਕ ਦਿਨ ਦਾ ਛੁੱਟਣਾ ਹੀ ਹੈ, ਚਾਹੇ ਤੂੰ 200 ਸਾਲ ਦਾ ਮਰ, ਚਾਹੇ 2000 ਸਾਲ ਦਾ ਹੋ ਜਾਵੇ, ਲੱਖ ਸਾਲ ਦਾ ਵੀ ਹੋ ਜਾਵੇ, ਪਰ ਇੱਕ ਦਿਨ ਇਹ ਸਰੀਰ ਛੱਡਣਾ ਪਊਗਾ। ਕਦੇ ਤਾਂ ਛੱਡੇਂਗੇ ਹੀ, ਜਦੋਂ ਛੱਡੇਂਗਾ ਉਦੋਂ ਪੁੱਛ ਲੈਣਾ ਉਹਨਾਂ ਨੇ, ਬਚ ਨਹੀਂ ਸਕਦਾ। ਪਰ ਜੇ ਤੂੰ ਆਪਣੇ ਆਪ ਜਾਣ ਜਿਵੇਂ ਆਪਣੇ ਆਪ ਨੂੰ, ਫਿਰ ਭਾਵੇਂ ਸਰੀਰ ਦੇ ਵਿੱਚ ਜਦੋਂ ਮਰਜ਼ੀ ਛੱਡਦੀ, ਤੈਨੂੰ ਕੋਈ ਡਰ ਹੀ ਨਹੀਂ ਰਹਿਣਾ। ਸੋ ਜਿਹੜਾ ਅਗਲਾ ਬਚਨ ਹੈ ਪਾਤਸ਼ਾਹ ਨੇ ਕਿਹਾ, ਗੁਰ ਬਿਨ ਗਿਆਨ ਨਾ ਹੋਏ। ਆਹ ਹੈ ਅਸਲ ਗੱਲ, ਕਿ ਜਿੰਨਾ ਗੁਰ ਹੁੰਦਾ ਆਪਣਾ ਆਪ, ਕਿ ਜਿੰਨਾ ਚਿਰ ਤੈਨੂੰ ਆਪਣੇ ਆਪ ਦਾ ਹੀ ਗਿਆਨ ਨਹੀਂ ਹੁੰਦਾ, ਗੁਰ ਬਿਨ, ਆਪਣੇ ਆਪ ਦੇ ਗਿਆਨ ਤੋਂ ਬਿਨਾਂ, ਉਨਾ ਚਿਰ ਤੈਨੂੰ ਗਿਆਨ ਨਹੀਂ ਹੋ ਸਕਦਾ। ਇੱਥੇ ਜਿਹੜਾ ਗਿਆਨ ਸ਼ਬਦ ਹੈ ਥੱਲੇ ਔਂਕੜ ਆ ਗਈ, ਕਿ ਜਿੰਨਾ ਚਿਰ ਤੂੰ ਸਵੈਮ ਆਪਣੇ ਮੂਲ ਨੂੰ ਨਹੀਂ ਪਛਾਣਦਾ, ਉਨਾ ਚਿਰ ਤੈਨੂੰ ਪਰਮੇਸ਼ਰ ਬਾਰੇ ਨਹੀਂ ਪਤਾ ਲੱਗ ਸਕਦਾ। ਜਿਹੜਾ ਪਹਿਲਾਂ ਪਰਮੇਸ਼ਰ ਬਾਰੇ ਪਤਾ ਲੱਗਣਾ ਜਾਂ ਉਹਦੇ ਬਾਰੇ ਕੋਈ ਗੱਲਾਂ ਕਰਨੀਆਂ, ਉਹ ਸਾਰੇ ਆਈਡੀਏ ਨੇ, ਉਹ ਅਨੁਭਵ ਹੈ, ਉਹ ਸੁਣੀ ਸੁਣਾਈ ਗੱਲ ਹੈ। ਉਸ ਗੱਲ ਤੋਂ ਵੀ ਪਾਤਸ਼ਾਹ ਨੇ ਰੋਕ ਲਾਈ ਸੀ, ਸੁਣ ਵੱਡਾ ਆਖੈ ਸਭ ਕੋਏ। ਕਹਿੰਦੇ ਐਵੇਂ ਨਾ ਕਹੋ, ਸੁਣ ਕੇ ਨਾ ਕਹੋ, ਕੇਵਡ ਵੱਡਾ ਡੀਠਾ ਹੋਏ। ਜਦੋਂ ਦੇਖੋਗੇ ਫਿਰ ਕਿਉਂ, ਜਦੋਂ ਦੇਖੇ ਹੀ ਨਹੀਂ, ਕਿਸੇ ਤੋਂ ਸੁਣ ਲਿਆ, ਸੁਣੀ ਹੋਈ ਗੱਲ ਨੂੰ ਤੁਸੀਂ ਅੰਦਰ ਧਾਰਨ ਕਰ ਲਈ, ਕੱਲ੍ਹ ਨੂੰ ਨਾ ਹੋਈ ਉਸ ਤਰ੍ਹਾਂ, ਫਿਰ ਤੁਸੀਂ ਉੱਥੇ ਜਾ ਕੇ ਉਹਨੂੰ ਵੀ ਦੋਸ਼ ਦੇਵੋਗੇ, ਆਪ ਵੀ ਦੋਸ਼ੀ ਆਪਣੇ ਆਪ ਨੂੰ ਡਿਕਲੇਅਰ ਕਰੋਗੇ। ਪਹਿਲਾਂ ਤੁਸੀਂ ਸਵੈਮ ਆਪ ਦੇਖੋ। ਸਾਡੇ ਕੋਲ ਸਿਰਫ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਅਸੀਂ ਆਪਣੇ ਮਨ ਨੂੰ ਆਪ ਉਹ ਵੇਖੀਏ ਕਿ ਸਾਡਾ ਮਨ ਹੈ ਕੀ ਚੀਜ਼। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਪਹਿਲਾਂ ਤਾਂ ਅਸੀਂ ਇਹ ਸੋਝੀ ਗੁਰਬਾਣੀ ਚੋਂ ਲਈਏ ਵੀ ਇਸ ਮਨ ਨੂੰ ਖੋਜੀ ਕਿ ਮਨ ਹੈ ਕੀ ਚੀਜ਼। ਸਾਰੇ ਕਹਿੰਦੇ ਆ ਮਨ ਹੁੰਦਾ, ਆਤਮਾ ਹੁੰਦੀ ਹੈ ਕੀ ਚੀਜ਼। ਜਦੋਂ ਅਸੀਂ ਇਹਦੀ ਵਿਚਾਰ ਕਰਾਂਗੇ ਆਪਣੇ ਆਪ 'ਤੇ, ਫਿਰ ਸਾਨੂੰ ਪਤਾ ਵੀ ਲੱਗੂ। ਮਦਦ ਸਾਡੀ ਗੁਰਬਾਣੀ ਕਰਦੀ ਹੈ, ਜਾਂ ਕੋਈ ਸਤਿਪੁਰਖ ਹੋਵੇ, ਹਰਕਾ ਸੰਤ ਹੋਵੇ ਜਿਹਨੇ ਆਪਣਾ ਮਨ ਖੋਜਿਆ ਹੋਵੇ, ਉਹ ਸਾਨੂੰ ਕੋਈ ਉਪਦੇਸ਼ ਦੇਵੇ। ਉਹ ਦੇ ਉਪਦੇਸ਼ ਹੀ ਸਕਦਾ, ਦੇ ਸਲਾਹ ਹੀ ਸਕਦਾ, ਕਰਨਾ ਸਵੈਮ ਆਪ ਨੂੰ ਪੈਣਾ। ਉਹ ਸਾਡੇ ਮਨ ਦੇ ਕਾਜ ਦੇ ਵਿੱਚ ਦਖਲ ਨਹੀਂ ਕਰ ਸਕਦਾ। ਇਹ ਨਹੀਂ ਕਿ ਉਹ ਸਾਡੇ ਮਨ ਨੂੰ ਫੜ ਕੇ ਤੇ ਸ਼ੁੱਧ ਕਰਕੇ ਸਾਨੂੰ ਫੜਾ ਦੂਗਾ। ਇਸ ਤਰ੍ਹਾਂ ਨਾ ਹੋਇਆ, ਨਾ ਹੋਵੇਗਾ, ਨਾ ਹੋਣਾ। ਇਹ ਸਵੈਮ ਨੂੰ ਹੀ ਕਰਨਾ ਪੈਂਦਾ ਹੈ। ਹਾਂ, ਕੋਈ ਉਪਦੇਸ਼ ਦੇ ਸਕਦਾ, ਗੁਰਬਾਣੀ ਸਿੱਧਾ ਲਿਖਿਆ, ਉਪਦੇਸ਼ ਚੌਹ ਵਰਨਾ ਕੋ ਸੰਗ। ਉਹ ਕਹਿੰਦੇ ਕੋਈ ਵੀ ਇਸ ਉਪਦੇਸ਼ ਨੂੰ ਮੰਨੇ,
ਤੇ ਰਿਜ਼ਲਟ ਨਿਕਲੇਗਾ। ਪਰ ਮੰਨੇ ਤਾਂ ਸਹੀ, ਮਰੀਜ਼ ਨੂੰ ਦਵਾਈ ਖਾਣੀ ਪਵੇਗੀ। ਇਹ ਮੇਰੇ ਮਨਾ ਤੈਨੂੰ ਆਪਣਾ ਆਪ ਛਾਤੀ ਮਾਰਨੀ ਪਵੇਗੀ ਅੰਦਰ। ਸੋ ਪੰਨਾ 20 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸ੍ਰੀ ਰਾਗ ਮਹੱਲਾ ਪਹਿਲਾ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਜਿਹਨੇ ਕਾਜ ਸਵਾਰਨਾ, ਜਿਹੜੇ ਮਨ ਨੇ ਆਪਣੇ ਆਪ ਨੂੰ ਇਸ ਮਾਇਆ ਤੋਂ ਖਹਿੜਾ ਛੁਡਾਉਣਾ, ਉਹਨਾਂ ਲਈ ਉਪਦੇਸ਼ ਹੈ ਕਿ ਮਰਨੇ ਕੀ ਚਿੰਤਾ ਨਹੀਂ। ਮਨ ਨੂੰ ਉਪਦੇਸ਼ ਹੈ ਵੀ ਤੂੰ ਮਰਨ ਦੀ ਚਿੰਤਾ ਕਰਦਾ, ਵੀ ਜੇ ਮੈਂ ਮਰ ਗਿਆ ਤਾਂ ਮੇਰਾ ਕੀ ਬਣੂਗਾ, ਮੇਰਾ ਪਰਿਵਾਰ ਹੈ ਪਿੱਛੇ, ਮੇਰੇ ਬੱਚੇ ਨੇ, ਮੇਰੇ ਮਾਂ-ਬਾਪ ਨੇ, ਫਿਰ ਉਹਨਾਂ ਦਾ ਕੀ ਸਹਾਰਾ, ਉਹ ਬਜ਼ੁਰਗ ਨੇ, ਸਾਡੇ ਕੋਲ ਪੈਸਾ ਵੀ ਇੰਨਾ ਹੈ ਨਹੀਂ, ਜ਼ਮੀਨ ਹੈ ਨਹੀਂ, ਮੈਂ ਹੀ ਜਿਹੜੀ ਕਮਾਈ ਕਰਕੇ ਲਿਆਉਣਾ ਬਸ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ। ਇਹ ਸਾਰੀ ਚਿੰਤਾ ਕਹਿੰਦੇ ਤੈਨੂੰ, ਆਪਣੀ ਚਿੰਤਾ ਨਹੀਂ ਹੈ, ਕਿਸੇ ਦੀ ਚਿੰਤਾ ਹੈ। ਸਾਰਾ ਜੀਵਨ ਆਪਣੇ ਲਈ ਨਹੀਂ ਬਤੀਤ ਕਰਦਾ, ਕਿਸੇ ਲਈ ਬਤੀਤ ਕਰਦਾ। ਕਿਉਂ ਕਰਦੇ? ਕਿਉਂਕਿ ਭਰਮ ਹੈ, ਆਪ ਹੀ ਫਸਿਆ ਹੋਇਆ ਨਾ। ਜੇ ਤੂੰ ਅੱਗੇ ਜਾ ਕੇ ਕਹੇਂਗਾ ਵੀ ਜੀ ਮੇਰਾ ਪਰਿਵਾਰ ਸੀ, ਫਿਰ ਮੈਂ ਕੀ ਕਰਦਾ, ਮੈਨੂੰ ਫਰਜ਼ ਸੀ ਮੇਰੇ, ਮੈਂ ਡਿਊਟੀ ਪੂਰੀ ਤਾਂ ਕਰਨੀ ਸੀ, ਤਾਂ ਉਹਨਾਂ ਨੇ ਜਦ ਹੀ ਸਾਡੇ ਮੂਹਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਵਚਨ ਕਰ ਦੇਣਾ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ, ਇਹ ਮੈਂ ਕਿਹਾ ਨਹੀਂ ਸੀਗਾ ਵੀ ਤੁਸੀਂ ਚਿੰਤਾ ਨਾ ਕਰੋ। ਫਿਰ ਅਲੱਗ ਕਹਿੰਦਾ ਵੀ ਜੇ ਚਿੰਤਾ ਨਹੀਂ ਕਰਾਂਗੇ ਫਿਰ ਕਰਾਂਗੇ ਵੀ ਕੀ, ਫਿਰ ਕਿਵੇਂ ਚੱਲੂ। ਸਭ ਕੁਝ ਚੱਲਦਾ, ਬਸ ਸਮਝਣਾ ਹੈ। ਕਰਨਾ ਅਸੀਂ ਸਾਰਾ ਕੁਛ ਹੀ ਹੈ, ਸੰਸਾਰ 'ਚ ਵੀ ਕਰਨਾ, ਪਰਿਵਾਰ ਵੀ ਪਾਲਣੇ ਨੇ, ਬੱਚਿਆਂ ਨਾਲ ਵੀ ਦੇਖ ਰੇਖ ਕਰਨੀ ਹੈ, ਮਾਤਾ ਪਿਤਾ ਦੀ ਦੇਖ ਰੇਖ ਨੇ, ਕੰਮ ਵੀ ਕਰਨਾ, ਪਰ ਸਮਝਣਾ। ਜਿੰਨਾ ਚਿਰ ਸਾਨੂੰ ਸਮਝ ਨਹੀਂ ਕਲੀਅਰ ਆ ਰਹੀ, ਉਨਾ ਚਿਰ ਅਸੀਂ ਭਰਮ 'ਚ ਹੀ ਰਹਾਂਗੇ ਕਿ ਪਾਤਸ਼ਾਹੀਆਂ ਦੇ ਪਰਿਵਾਰ ਨਹੀਂ ਸੀ, ਭਗਤ ਸਾਹਿਬਾਨਾਂ ਦੇ ਪਰਿਵਾਰ ਨਹੀਂ ਸੀ। ਸਾਰਾ ਕੁਛ ਉਹਨਾਂ ਨੇ ਘਟਾ ਕੇ ਦਿਖਾਇਆ ਵੀ ਕੱਲ੍ਹ ਨੂੰ ਕਿਤੇ ਕੋਈ ਇਹ ਗੱਲ ਨਾ ਕਹਿ ਦੇਵੇ। ਹਰ ਬਗੈਰ ਪਰਿਵਾਰ ਤੋਂ ਵੀ ਰਹੇ ਨੇ, ਭਗਤ ਰਹੇ ਨੇ, ਪਾਤਸ਼ਾਹੀਆਂ ਰਹੀਆਂ ਨੇ ਜਿਨ੍ਹਾਂ ਦੇ ਬੱਚੇ ਨਹੀਂ ਸੀ, ਤੇ ਉਹ ਵੀ ਰਹੇ ਨੇ ਜਿਨ੍ਹਾਂ ਦੇ ਬੱਚੇ ਸੀ, ਉਹ ਵੀ ਰਹੇ ਨੇ ਜਿਨ੍ਹਾਂ ਦਾ ਕੱਲਾ ਕੱਲਾ ਬੱਚਾ ਸੀ, ਸਰੀਰ ਛੱਡਿਆ, ਜਵਾਨੀ 'ਚ ਛੱਡਿਆ, ਉਹਨਾਂ ਦੀ ਅਵਸਥਾ ਵੀ ਸਟੇਬਲ ਸੀ। ਹਰ ਇੱਕ ਚੀਜ਼ ਇੱਥੇ ਘਟਾ ਕੇ ਦਿਖਾਈ ਹੈ ਪਰਮੇਸ਼ਰ ਨੇ ਵੀ ਕੱਲ੍ਹ ਨੂੰ ਕੋਈ ਜੀਵ ਆਤਮਾ ਮੇਰੇ ਤੇ ਦੋਸ਼ ਨਾ ਦੇ ਦੇਵੇ। ਕਹਿੰਦਾ ਤੁਹਾਡੇ ਸਾਹਮਣੇ ਰਿਜ਼ਲਟ, ਅਮੀਰ ਤੋਂ ਅਮੀਰ ਵੀ ਭਗਤ ਪਾਤਸ਼ਾਹ ਦਿਖਾਈਆਂ ਨੇ, ਗਰੀਬ ਤੋਂ ਗਰੀਬ ਵੀ ਦਿਖਾਇਆ। ਸ੍ਰੀ ਭਗਤ ਪੀਪਾ ਸਾਹਿਬ ਜੀ ਰਾਜੇ ਸੀ, ਰਾਜੇ ਦੇ ਅੰਦਰ ਵੀ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਸ੍ਰੀ ਭਗਤ ਰਵਿਦਾਸ ਜੀ ਪਾਤਸ਼ਾਹ ਸਭ ਤੋਂ ਗਰੀਬ ਸੀ, ਇਹਨਾਂ ਦੇ ਹਿਰਦੇ 'ਚ ਵੀ ਸ਼ਬਦ ਗੁਰੂ ਪ੍ਰਗਟ ਹੋ ਸਕਦਾ। ਸ੍ਰੀ ਭਗਤ ਸਾਧਨਾ ਜੀ ਪਾਤਸ਼ਾਹ ਮਾਸ ਵੱਢਦੇ ਸੀ, ਬੱਕਰੇ ਵੱਢਦੇ ਸੀ, ਔਰ ਸਾਰਾ ਲਾਈਫ ਉਹਨਾਂ ਨੇ ਇਸ ਤਰ੍ਹਾਂ ਗੁਜ਼ਾਰੀ ਹੈ। ਉਹਨਾਂ ਦੇ ਅੰਦਰ ਵੀ ਸ਼ਬਦ ਗੁਰੂ ਪ੍ਰਗਟ ਹੋ ਗਿਆ ਵੀ ਪਰਮੇਸ਼ਰ ਨੇ ਤਾਂ ਦੇਖਿਆ ਨਹੀਂ ਵੀ ਇਹਦੇ ਅੰਦਰ ਨਹੀਂ ਮੈਂ ਪ੍ਰਗਟ ਕੀਤਾ। ਕੋਈ ਵੀ ਵਿਅਕਤੀ ਕਿਸੇ ਪਾਸਿਓਂ ਬਚ ਨਹੀਂ ਸਕਦਾ। ਸਾਡੀ ਦ੍ਰਿਸ਼ਟੀ ਕੁਝ ਹੋਰ ਹੈ, ਪਰਮੇਸ਼ਰ ਦੀ ਦ੍ਰਿਸ਼ਟੀ ਦੀ ਮੈਂ ਗੱਲ ਕਰਦਾ। ਹੇ ਮੇਰੇ ਮਨਾ, ਹਰ ਇੱਕ ਪੱਖ ਵੇਖ ਗੁਰਬਾਣੀ ਤੋਂ। ਸੁੱਖ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਸੰਸਾਰ 'ਚ ਨਾ ਮਰਨ ਦੀ ਚਿੰਤਾ, ਨਾ ਸਰੀਰ 'ਚ ਜੀਵਨ ਦੀ ਆਸ, ਕਿਉਂਕਿ ਤਾਂ ਕਿਸੇ ਦੇ ਹੱਥ 'ਚ। ਤੂੰ ਸਰਬ ਜੀਆਂ ਪ੍ਰਤਪਾਲ ਹੀ, ਲੇਖੈ ਸਾਸ ਕਰਾਸ। ਤੂੰ ਤਾਂ ਸਾਰੇ ਜੀਆਂ ਨੂੰ ਪ੍ਰਤਪਾਲਣਾ ਕਰਦਾ। ਹਰ ਇੱਕ ਦਾ ਮੋਲ ਹੈ ਜਿਹੜਾ, ਉਹ ਆਪਣੇ ਮਨ ਨੂੰ ਪਾਲਦਾ ਹੀ ਹੈ। ਅਸੀਂ ਆਪਣੇ ਮਨ ਨੂੰ ਪਾਲਦੇ ਹਾਂ, ਪਸ਼ੂ ਆਪਣੇ ਮਨਾਂ ਨੂੰ ਪਾਲਦੇ ਆ, ਜੀਵ ਆਪਣੇ ਮਨਾਂ ਨੂੰ ਪਾਲਦੇ ਆ। ਲੇਖੈ ਸਾਸ ਗਰਾਸ, ਪਰ ਜਿਹੜਾ ਲੇਖਾ ਲਿਖਦੇ ਆ ਉਹ ਜਿੰਨਾ ਚਿਰ ਸਾਹ ਹੈ ਉਨਾ ਚਿਰ ਹੀ ਲਿਖਿਆ ਜਾ ਸਕਦਾ। ਗੇ ਰਾਸ, ਕਿ ਜਿਹੜਾ ਗਿਆਨ ਦਾ ਰਾਸ ਹੈ, ਚਾਹੇ ਤਾਂ ਨਾਮ ਦਾ ਲੇਖਾ ਲਿਖ ਲਓ ਤੇ ਚਾਹੇ ਮਾਇਆ ਦਾ ਲੇਖਾ ਲਿਖ ਲਓ। ਜਿਹੜੀ ਗਿਆਨ ਦੀ ਰਾਸ ਹੈ, ਇਹ ਤਾਂ ਹੁਣ ਤੁਹਾਡੇ ਹੱਥ 'ਚ ਆ। ਪਾਤਸ਼ਾਹ ਕਹਿੰਦੇ ਵੀ ਕਿਹੜਾ ਰਾਸ ਤੁਸੀਂ ਲੈਣੀ। ਘਰ ਤਾਂ ਤੇਰੇ ਸਭ ਕੁਛ, ਉਹ ਕਹਿੰਦਾ ਘਰੇ ਤਾਂ ਇੱਥੇ ਸਾਰਾ ਕੁਝ ਹੀ ਪਿਆ, ਤੁਸੀਂ ਦੇਖੋ ਤੁਹਾਨੂੰ ਕੀ ਚਾਹੀਦਾ। ਅੰਮ੍ਰਿਤ ਚਾਹੀਦਾ ਜਾਂ ਵਿਖਿਆ ਚਾਹੀਦੀ ਹੈ।
ਵਿਖਿਆ ਅੰਮ੍ਰਿਤ ਏਕ ਹੈ, ਇੱਕੋ ਹੀ ਚੀਜ਼ ਆ ਕਹਿੰਦੇ। ਬੂਝੈ ਪੁਰਖ ਸੁਜਾਨ, ਬਸ ਸੁਜਾਨ ਪੁਰਖ ਲੱਭ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਆਹ ਅੰਮ੍ਰਿਤ ਆਹ ਵਿਖਿਆ। ਉਹ ਆਪਣਾ ਕਾਰਜ ਸਵਾਰ ਜਾਂਦਾ, ਸਫਲ ਕਰ ਜਾਂਦਾ। ਕੋਈ ਦੂਸਰੀ ਜੀਵਾਤਮਾ ਆਪਣਾ ਕਾਰਜ ਵਿਗਾੜ ਜਾਂਦੀ ਹੈ। ਅੰਤਰ ਗੁਰਮੁਖ ਤੂੰ ਵਸੈ, ਜਿਉ ਭਾਵੈ ਤਿਉ ਨਿਰਜਾਸ। ਅੰਤਰ ਗੁਰਮੁਖੀ, ਅੰਤਰ ਵਸਦਾ ਉਹ ਗੁਰ ਹੈ, ਜਿਹੜਾ ਸਾਡੇ ਅੰਦਰ ਸੁਗਿਆਨ ਹੈ, ਜਿਹੜਾ ਫੁਰਨਾ ਸਾਨੂੰ ਮਾਇਆ ਚੋਂ ਬਾਹਰ ਕੱਢ ਸਕਦਾ ਉਹ ਵੀ ਸਾਡੇ ਅੰਦਰ ਹੀ ਹੈ, ਜਿਹੜਾ ਫੁਰਨਾ ਸਾਨੂੰ ਮਾਇਆ ਚੋਂ ਵਸਾ ਸਕਦਾ ਉਹ ਵੀ ਸਾਡੇ ਅੰਦਰ। ਉੱਥੇ ਮਨਮੁਖ ਆਉਂਦਾ, ਇੱਥੇ ਗੁਰਮੁਖ ਆਉਂਦਾ। ਜਦੋਂ ਮਨ ਆਪਣੀ ਸੋਚ ਦੇ ਅਧੀਨ ਹੋ ਕੇ ਜੀਵਨ ਬਸਰ ਕਰਦਾ ਉਦੋਂ ਮਨ ਮੁਖ ਹੈ। ਜਦੋਂ ਮਨ ਗੁਰ ਬਣ ਜਾਂਦਾ, ਗੁਰਮੁਖੀ ਬਣ ਜਾਂਦਾ, ਸੁਰਤ ਨੂੰ ਦੇ ਗਿਆਨ ਦੇ ਮੁਤਾਬਕ ਚੱਲਦਾ, ਉਹ ਗੁਰਮੁਖ ਬਣ ਜਾਂਦਾ। ਅੰਤਰ ਗੁਰਮੁਖ ਤੂੰ ਵਸੈ, ਜਿਉ ਭਾਵੈ ਤਿਉ ਨਿਰਜਾਸ। ਕਹਿੰਦੇ ਅੰਤਰ ਗੁਰਮੁਖ, ਜਦੋਂ ਅੰਦਰ ਜਿਹੜਾ ਹਿਰਦੇ ਵਿੱਚ ਗੁਰ ਹੈ, ਗਿਆਨ ਪਿਆ, ਸੁਗਿਆਨ ਪਿਆ, ਉਹਦੇ ਨਾਲ ਸੁਰਤ ਜੁੜ ਜਾਂਦੀ ਹੈ। ਤਾਂ ਤੂੰ ਸਮਝ ਲੈ ਵੀ ਤੂੰ ਆਪਣੇ ਹਿਰਦੇ 'ਚ ਵਸਦਾ। ਜਿਉਂ ਭਾਵ ਹੈ, ਕਹਿੰਦੇ ਜਿਵੇਂ ਤੈਨੂੰ ਭਾ ਰਿਹਾ, ਤਿਉ ਨਿਰਜਾਸ। ਜੀ ਅਰੇ ਰਾਮ ਜਪਤ ਮਨ ਮਾਨ, ਹੇ ਜੀ ਅਰੇ, ਹੇ ਜੀਵਾਤਮਾ ਜਪਤ। ਉਹ ਤੱਤ ਸਰੂਪ ਨੂੰ ਸਮਝ, ਉਸ ਤੱਤ ਗਿਆਨ ਦੀ ਗੱਲ ਕਰ। ਮਨ ਮਾਨ, ਮਨ ਨੂੰ ਕਿਹਾ ਵੀ ਤੂੰ ਉਹਦੇ ਨਾਲ ਮਨ ਆਪਣਾ, ਉਹਦੇ ਤੇ ਭਰੋਸਾ ਕਰ। ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖੀ ਗਿਆਨ। ਆ ਦੇਖੋ ਰਹਾਉ ਦਾ ਬਚਨ ਹੈ। ਕਹਿੰਦੇ ਅੰਤਰ ਲਾਗੀ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਮੱਚਦੀ ਹੈ, ਅੰਦਰ ਹੀ ਮੱਚਦੀ ਹੈ, ਹਿਰਦੇ ਦੇ ਅੰਦਰ ਹੀ। ਅੰਤਰ ਲਾਗੀ ਜਲ ਬੁਝੀ, ਉਹਦੇ ਉੱਤੇ ਜਲ ਪੈ ਗਿਆ। ਜਲ ਕੀ ਹੈ? ਨਾਮ ਰੂਪੀ ਜਲ ਹੈ। ਆਪਣਾ ਹੀ ਸੁਗਿਆਨ ਹੋਇਆ। ਪਾਇਆ ਗੁਰਮੁਖੀ ਗਿਆਨ, ਜਦੋਂ ਸੁਰਤ ਆਪਣੇ ਗੁਰ ਵੱਲ ਨੂੰ ਹੋਈ, ਭਾਵ ਕਿ ਆਪਣੇ ਆਪ ਦੀ ਸੋਝੀ ਪ੍ਰਾਪਤ ਕਰਨ ਲੱਗੀ, ਤਾਂ ਕੀ ਹੋਇਆ? ਪਾ ਲਿਆ ਉਹਨੇ, ਉਹ ਆਪਣਾ ਹੀ ਗਿਆਨ ਪ੍ਰਾਪਤ ਕਰ ਲਿਆ। ਰਹਾਉ, ਇਹ ਰਹਾਉ ਦਾ ਬਚਨ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 39 ਅੰਗ ਦੇ ਉੱਪਰ, ਸ੍ਰੀ ਰਾਗ ਮਹੱਲਾ ਤੀਜਾ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਜੱਗ ਵਿੱਚ ਕੀ ਹੈ? ਜਦੋਂ ਜੀਵ ਆਤਮਾ ਸਰੀਰ ਦੇ ਅੰਦਰ ਆਈ ਹੋਈ ਹੈ, ਜੱਗ ਵਿੱਚ ਆਈ ਹੋਈ ਹੈ, ਤੇ ਹਉ ਤੇ ਮੈਂ, ਇਹਨਾਂ ਦੀ ਮੈਲ ਲੱਗੀ ਹੋਈ ਹੈ, ਤੇ ਦੁੱਖ ਪਾਇਆ ਹੋਇਆ, ਚਿੰਤਾ ਹੈ। ਕਿਉਂਕਿ ਹਉ ਭਰਮ ਹੈ, ਮੈਂ ਸਰੀਰ ਨਾਲ ਜੁੜਿਆ ਹੋਇਆ। ਮਲ ਲਾਗੀ ਦੂਜੇ ਪਾਏ, ਫਿਰ ਮੈਲ ਲੱਗੀ ਹੋਈ ਹੈ, ਕਿਉਂਕਿ ਭਾਏ ਹੈ, ਜਿਹੜੀ ਭਾਵਨਾ ਹੈ, ਜਿਹੜੀ ਭੁੱਖ ਹੈ, ਉਹ ਦੂਜੀ ਹੈ। ਦੂਜੀ ਤਾਂ ਫਿਰ ਮਾਇਆ ਹੀ ਹੈ। ਇੱਕ ਪਰਮੇਸ਼ਰ ਹੈ, ਇੱਕ ਸੱਚ ਹੈ, ਇੱਕ ਝੂਠ ਹੈ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ। ਕਹਿੰਦੇ ਕਿਵੇਂ ਨਹੀਂ ਉਤਰੂਗੀ? ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਹਾਏ। ਕਹਿੰਦੇ 100 ਤੀਰਥਾਂ ਤੇ ਨਹਾਈ ਚੱਲ। ਹੁਣ ਇਹ ਬਾਹਰ ਨਹਾਉਂਦਾ, ਕਹਿੰਦੇ ਆਏ ਤਾਂ ਫਿਰ ਇਹ ਮੈਲ ਉਤਰਨੀ ਨਹੀਂ। ਪਾਤਸ਼ਾਹ ਜਦੋਂ ਮੈਲ ਅੰਦਰ ਲੱਗੀ ਹੈ ਤੇ ਫਿਰ ਅੰਦਰੀ ਤੀਰਥ ਹੋਊਗਾ ਨਾ। ਤੇ ਜੇ ਤਾਂ ਲੱਗੀ ਹੁੰਦੀ ਆ ਬਾਹਰਲੇ ਸਰੀਰ ਤੇ ਮੈਲ, ਫਿਰ ਬਾਹਰਲੇ ਸਰੀਰ ਦੀ ਬਾਹਰ ਤਾਂ ਧੋਤੀ ਜਾ ਸਕਦੀ ਹੈ, ਪਰ ਜਦੋਂ ਮੈਲ ਹੀ ਅੰਦਰ ਹੈ ਤੇ ਫਿਰ ਉਹਦਾ ਤੀਰਥ ਵੀ ਅੰਦਰ ਹੀ ਹੋਵੇਗਾ, ਉਹਦਾ ਗੁਰ ਵੀ ਅੰਦਰੇ ਹੋਵੇਗਾ। ਕਹਿੰਦੇ ਬਹੁਵਿਧ ਕਰਮ ਕਮਾਵਦੇ, ਧੂਣੀ ਮਲ ਲਾਗੀ ਆਏ। ਕਹਿੰਦੇ ਫਿਰ ਇਸ ਤਰੀਕੇ ਨਾਲ ਤਾਂ ਬਹੁਤ ਵਿਧੀਆਂ ਨੇ ਇਹਨਾਂ ਦੀਆਂ, ਜਿਵੇਂ ਬਾਹਰ ਬਹੁਤ ਵਿਧੀਆਂ ਨੇ ਧਰਤੀ ਦੇ ਉੱਪਰ, ਬਾਹਰ
ਬਹੁਵਿਧ ਕਰਮ ਕਮਾਉਂਦੇ। ਕਹਿੰਦੇ ਬੜੀਆਂ ਵਿਧੀਆਂ ਦੇ ਨਾਲ ਆਪੋ ਆਪਣੀਆਂ ਮੱਤਾਂ ਨੇ, ਸੋਚਾਂ ਨੇ। ਕਰਮ ਹੁੰਦਾ ਸੋਚ, ਆਪੋ ਆਪਣੀ ਸੋਚ ਬਣਾਈ ਆ। ਕੋਈ ਕਹਿੰਦਾ ਇੱਥੇ ਇਸ਼ਨਾਨ ਕਰੋ, ਇੱਥੇ ਨਹਾਵੋ, ਐਂ ਮਿਲ ਜਾਂਦਾ, ਇੱਥੇ ਨਹਾਉਣਾ ਐਂ ਹੋ ਜਾਂਦਾ। ਕੋਈ ਕਹਿੰਦਾ ਫਲਾਣੇ ਤੀਰ ਤੇ ਨੰਗੇ ਪੈਰੀ ਜਾਓ, ਉੱਥੇ ਆਹ ਸੁੱਖ ਪੂਰੀ ਹੋ ਜਾਂਦੀ ਹੈ। ਕੋਈ ਕਹਿੰਦਾ ਡੰਡੌਤਾਂ ਕਰਦੇ ਜਾਓ, ਆਹ ਪੂਰੀ ਹੋ ਜਾਂਦੀ ਹੈ। ਹਰ ਕੋਈ ਲੱਗਿਆ ਹੋਇਆ ਪਾਤਸ਼ਾਹ ਕਹਿੰਦੇ ਕਮਾਮ ਦੇ, ਪਰ ਧੂਣੀ ਮੜ ਲੱਗ ਗਿਆ। ਉਹ ਕਹਿੰਦੇ ਮੈਲ ਲੈਂਦੀ ਨਹੀਂ, ਸਗੋਂ ਲੱਗ ਜਾਂਦੀ ਹੈ। ਅਜੀਬ ਗੱਲ ਹੈ। ਪਰਮੇਸ਼ਰ ਇਹ ਗੱਲ ਕਹਿ ਰਿਹਾ, ਕਹਿੰਦੇ ਇਸ ਤਰੀਕੇ ਨਾਲ ਮੈਲ ਤੁਹਾਡੀ ਲੈ ਨਹੀਂ ਰਹੀ, ਤੁਹਾਨੂੰ ਦੁੱਗਣੀ ਮੈਲ ਲੱਗਦੀ ਹੈ। ਹੁਣ ਦੁੱਗਣੀ ਮੈਲ ਕਿਵੇਂ ਲੱਗਦੀ ਹੈ? ਕਿਉਂਕਿ ਜਿਹੜਾ ਸਰੀਰ ਪਰਮੇਸ਼ਰ ਨੂੰ ਦਿਸਦਾ ਉਹਦੇ ਤਾਂ ਮੈਲ ਲੱਗਦੀ, ਉਹ ਹੈ ਸਾਡੀ ਜੀਵ ਆਤਮਾ। ਹੁਣ ਜੀਵ ਆਤਮਾ ਦਾ ਭਰਮ ਚ ਹੈ, ਉਹ ਬਾਹਰ ਮੰਨ ਕੇ ਚੱਲ ਰਹੀ ਹੈ ਸਾਰਾ ਕੁਝ। ਉਹ ਕਹਿੰਦੇ ਵੀ ਤੂੰ ਤਾਂ, ਉਹਨੇ ਅੰਦਰ ਧਾਰਨ ਤਾਂ ਅੰਦਰੋਂ ਹੀ ਕੀਤਾ ਨਾ, ਦ੍ਰਿੜਤਾ ਤਾਂ ਅੰਦਰ ਬੰਨੀ ਹੋਈ ਹੈ। ਅੰਦਰਲੀ ਦ੍ਰਿੜਤਾ ਜਿਹੜੀ ਉਹ ਮਾਇਆ ਨਾਲ ਜੁੜ ਕੇ ਹੈ, ਤੇ ਮਾਇਆ ਤੋਂ ਹੀ ਮੈਲ ਲੱਗਦੀ ਹੈ। ਉਹ ਦੁੱਗਣੀ ਲੱਗੀ ਜਾਂਦੀ ਹੈ। ਭਾਵ ਕਿ ਜਿਹੜੀ ਭਰਮ ਦੀ ਲਕੀਰ ਬਹੁਤ ਬਰੀਕ ਸੀ, ਸਿਰ ਦੇ ਵਾਲ ਜਿੰਨੀ ਸੱਚਖੰਡ ਦੇ ਵਿੱਚ, ਉਹ ਹੁਣ ਜਿਹੜੀ ਲਕੀਰ ਉਹ ਮੋਟੀ ਹੋਈ ਜਾਂਦੀ ਹੈ। ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਦੇ। ਦੇਖੇ ਮੇਰੇ ਮਨਾ ਕੀ ਲਿਖਿਆ ਪਾਸ। ਕਹਿੰਦੇ ਪੜਿਆ ਮੈਲ ਨਾ ਉਤਰੈ। ਕਹਿੰਦੇ ਜੇ ਤੂੰ ਪੜ੍ਹੀਓ ਜਾਣਾ ਨਾ ਗੁਰਬਾਣੀ ਵੀ, ਜਾਂ ਉਸ ਵੇਲੇ ਉਹ ਆਪਣੇ ਧਰਮ ਦੇ ਗ੍ਰੰਥ ਪੜ੍ਹਦੇ ਹੋਣਗੇ, ਅੱਜ ਤਾਂ ਸਾਡੇ ਕੋਲ ਗੁਰਬਾਣੀ ਹੈ। ਕਹਿੰਦੇ ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਕਿਸੇ ਸਿਆਣੇ ਪੁਰਖ ਨੂੰ ਪੁੱਛ, ਜਿਹਦੀ ਮੈਲ ਉਤਰੀ ਹੋਈ ਉਹਨੂੰ ਪੁੱਛ ਕਿ ਪੜ੍ਹ ਕੇ ਮੈਲ ਨਹੀਂ ਉਤਰਦੀ। ਹੁਣ ਇਹ ਤਾਂ ਗੁਰਬਾਣੀ ਦਾ ਵਚਨ ਹੈ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਗਣਾ। ਮਨ ਮੇਰੇ ਗੁਰ ਸਰਣ ਆਵੈ, ਤਾਂ ਨਿਰਮਲ ਹੋਏ। ਆਏ ਗੱਲ, ਮਨ ਮੇਰੇ, ਹੇ ਮੇਰੇ ਮਨਾ, ਗੁਰ ਸਰਣ ਆਏ। ਕਿ ਜੋ ਗੁਰਬਾਣੀ ਦਾ ਤੈਨੂੰ ਸੁਗਿਆਨ ਪ੍ਰਾਪਤ ਹੁੰਦਾ, ਉਹਨੂੰ ਤੂੰ ਧਾਰਨ ਕਰ ਲਵੇਂ। ਗੁਰ ਆਪਣਾ ਮੂਲ, ਭਾਵ ਕਿ ਆਪਣਾ ਹੀ ਤੂੰ ਗਿਆਨ ਲੈ ਲਵੇਂ, ਆਪਣੇ ਆਪ ਨੂੰ ਹੀ ਸਰਨ ਵਿੱਚ ਲੈ ਜਾਵੇਂ। ਕਿਸੇ ਨੂੰ ਨਹੀਂ ਸਰਨ ਚ ਜਾਣਾ, ਆਪ ਹੀ ਖੁਦ ਆਪਣੇ ਆਪ ਨਾਲ ਹੀ ਭੇਟਾ ਹੋਣੀ ਹੈ। ਅੰਤਰ ਆਤਮੇ ਜੋ ਮਿਲਿਆ ਕੀ ਹੈ ਸੋਏ। ਕਹਿੰਦਾ ਜਿਹੜਾ ਆਪਣੇ ਆਪ ਨੂੰ ਹੀ ਮਿਲ ਗਿਆ, ਭਾਵ ਗਿਆ ਆਪਣੇ ਆਪ ਦੀ ਸੋਝੀ ਲੈ ਲਈ, ਸਮਝ ਲਓ ਹੋ ਗਿਆ। ਆਤਮ ਰਾਮ ਲਿਹੋ ਪ੍ਰਵਾਨ, ਕਹਿੰਦੇ ਪ੍ਰਵਾਨ ਮੰਨ ਲਿਓ ਤਾਂ ਨਿਰਮਲ ਹੋਏ। ਕਹਿੰਦੇ ਫਿਰ ਨਿਰਮਲ ਹੋ ਸਕਦਾ। ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਤੋਏ। ਮਨਮੁਖ ਕੀ ਕਰਦੇ ਆ? ਮੂੰਹੋਂ ਹਰ ਹਰ ਕਰੀ ਜਾਂਦੇ ਆ, ਜਿਵੇਂ ਅਸੀਂ ਵੀ ਕਰੀ ਜਾਂਦੇ ਹਾਂ। ਉਦੋਂ ਹਰ ਹਰ ਕਰਦੇ ਸੀ, ਰਾਮ ਰਾਮ ਕਰਦੇ ਸੀ, ਅਸੀਂ ਵਾਹਿਗੁਰੂ ਵਾਹਿਗੁਰੂ ਕਰ ਦਿੰਦੇ ਹਾਂ, ਜਾਂ ਅਸੀਂ ਹੋਰ ਗੁਰਬਾਣੀ ਪੜ੍ਹ ਦਿੰਦੇ ਹਾਂ। ਪਾਤਸ਼ਾਹ ਨੇ ਬਚਨ ਲਿਖਿਆ ਕਿ ਮਨ ਹੈ ਜਿਹੜਾ, ਜਦੋਂ ਮੁੱਖ ਨਾਲ ਹੀ ਸ਼ੁਰੂ ਕਰ ਲੈਂਦਾ ਸਾਰਾ ਕੁਝ, ਮਾਇਆ 'ਚ ਫਸਣ ਲਈ ਉਹ ਆਪਣੇ ਆਪ ਨੂੰ ਜ਼ੋਰ ਲਾਉਂਦਾ, ਤਾਂ ਫਿਰ ਉਹ ਕਰਦਾ ਕੀ, ਹਰ ਹਰ। ਉਹ ਵੀ ਇਹੀ ਕਹਿੰਦਾ ਕਿ ਮੈਂ ਨਾਮ ਜਪ ਰਿਹਾ। ਫਿਰ ਥੱਕਦਾ ਕਿਉਂ ਹੈ? ਨਾਮ ਜਪਣ ਵਾਲਾ ਤਾਂ ਥੱਕ ਨਹੀਂ ਸਕਦਾ। ਇੱਥੇ ਲਿਖਿਆ ਕਰ ਥੱਕੇ, ਕਿਉਂਕਿ ਥੱਕਦਾ ਤਾਂ ਹੈ, ਸਰੀਰ ਨਾਲ ਸਭ ਕੁਝ ਕਰਦਾ। ਤੇ ਜੀਜ ਦਾ ਸਰੀਰ ਹੈ ਅਸਲੀ, ਜੇ ਉਹਦੇ ਨਾਲ ਕਰੇ ਜਪ ਹਰ ਹਿਰਦੇ ਮਾਹੇ, ਜੇ ਹਿਰਦੇ ਜਪੇ ਤਾਂ ਉੱਥੇ ਤਾਂ ਥੱਕਣਾ ਹੀ ਨਹੀਂ। ਉੱਥੇ ਸਰੀਰ ਦਾ ਜ਼ੋਰ ਤਾਂ ਲੱਗਦਾ ਹੀ ਨਹੀਂ, ਨਾ ਉੱਥੇ ਜ਼ੁਬਾਨ ਦਾ ਜ਼ੋਰ ਲੱਗੇ, ਨਾ ਉੱਥੇ ਦਿਮਾਗ ਦਾ ਜ਼ੋਰ ਲੱਗੇ। ਉੱਥੇ ਤਾਂ ਸੁਰਤ ਹੈ ਜਿਹੜੀ, ਰਾਮ ਅੰਦਰ ਬੈਠਾ, ਉਹਦੇ ਨਾਲ ਜੁੜ ਕੇ ਉਹਦੇ ਹੁਕਮ ਨੂੰ ਸਮਝੇ ਤੇ ਫੇਰ ਹੈ। ਨਹੀਂ ਤਾਂ ਪਾਤਸ਼ਾਹ ਕਹਿੰਦੇ ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ। ਕਹਿੰਦੇ ਫਿਰ ਮੈਲ ਨਹੀਂ ਧੋ ਹੋਣੀ, ਫਿਰ ਇਸੇ ਤਰ੍ਹਾਂ ਜੀਵਨ ਬਤੀਤ ਹੋ ਜਾਵੇਗਾ।